क्योंकि सब तो वड्डा तीर्थ ही आप है। जद इहनूं दर्शन कर लिया, ਇਹਦਾ ਦਰਸ਼ਨ ਕਰ ਲਿਆ ਜੋ ਸਾਡੇ ਅੰਦਰ ਵਸਦਾ, ਸਾਰੇ ਜੀਵਾਂ ਦੇ ਅੰਦਰ, ਪੂਰੀ ਕਾਇਨਾਤ ਦੇ ਅੰਦਰ, ਹਰੇਕ ਚੀਜ਼ ਦੇ ਵਿੱਚ ਇਹਦਾ ਵਾਸ ਹੈ। ਜਦ ਇਹਦੇ ਤੁਸੀਂ ਦਰਸ਼ਨ ਕਰ ਲਓਗੇ ਫਿਰ ਮੁਤਾਲਕਾ ਕਿਸ ਗੱਲ ਦਾ ਰਹਿ ਗਿਆ। ਫਿਰ ਅੱਛੇ ਔਰ ਬੁਰੇ ਦਾ ਤੁਹਾਨੂੰ ਆਪਣੇ ਆਪ ਹੀ ਪਤਾ ਚੱਲ ਜਾਏਗਾ। ਫਿਰ ਤੁਹਾਡੀ ਜੋ ਆਤਮਾ ਕਹਿੰਦੀ ਹੈ ਤੁਸੀਂ ਉਹ ਕਰਨਾ ਸ਼ੁਰੂ ਕਰ ਦਿਓਗੇ। ਔਰ ਇਹ ਜਿਹੜੀ ਜੋ ਆਤਮਾ ਹੈ ਇਹ ਪਰਮਾਤਮਾ ਦੀ ਅੰਸ਼ ਹੈ। ਇਹ ਜੋ ਕਹਿੰਦੀ ਹੈ, ਜੋ ਪਰਮਾਤਮਾ ਕਹਿੰਦਾ ਹੈ ਸਾਨੂੰ, ਇਹ ਉਹ ਕਹਿੰਦੀ ਹੈ। ਅਸੀਂ ਜੀਵ ਆਪਣੇ ਮਨ ਦੇ ਆਖੇ ਲੱਗ ਕੇ ਚੱਲਦੇ ਹਾਂ। ਸੋ ਮਨ ਮਤੀ ਵਿੱਚ ਨਹੀਂ ਚੱਲਣਾ। ਸਭ ਤੋਂ ਪਹਿਲਾਂ ਇਸ ਸਿੱਖ ਦੇ ਦਰਸ਼ਨ ਕਰੋ, ਫਿਰ ਤੁਹਾਡੀ ਮਨਮਤੀ ਵੀ ਆਪਣੇ ਆਪ ਹੀ ਬੰਦ ਹੋ ਜਾਏਗੀ। ਸੋ ਦਾਸ ਤਾਂ ਆਪਣੇ ਆਪ ਨੂੰ ਕਿਸੇ ਧਰਮ ਦਾ ਨਹੀਂ ਸਮਝਦਾ, ਨਾ ਇਹ ਸਿੱਖ ਸਮਝਦਾ, ਨਾ ਈਸਾਈ ਸਮਝਦਾ, ਨਾ ਹਿੰਦੂ, ਨਾ ਮੁਸਲਮਾਨ। ਦਾਸ ਇਹਨਾਂ ਸਾਰੇ ਬਾਹਰੀ ਧਰਮਾਂ ਨੂੰ ਨਾ ਮੰਨਦਾ ਹੋਇਆ ਸਿਰਫ ਇੱਕੋ ਹੀ ਧਰਮ ਨੂੰ ਮੰਨਦਾ ਹੈ, ਜੋ ਅਸਲੀ ਧਰਮ ਹੈ। ਉਹ ਹੈ ਇਨਸਾਨ ਦਾ ਅੰਤਰੀਵ ਧਰਮ, ਇਨਸਾਨ ਦੇ ਅੰਦਰਲੀ ਇਨਸਾਨੀਅਤ। ਕੋਈ ਮੁਸਲਮਾਨ, ਈਸਾਈ, ਸਿੱਖ ਜਾਂ ਹਿੰਦੂ ਹੋਏ, ਜਦ ਉਸ ਦੇ ਅੰਦਰ ਦੀ ਇਨਸਾਨੀਅਤ ਜਾਗ ਜਾਂਦੀ ਹੈ ਤਾਂ ਉਸ ਨੂੰ ਫਿਰ ਸਾਰੇ ਇੱਕੋ ਜਿਹੇ ਲੱਗਦੇ ਨੇ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿ ਰਹੇ ਨੇ ਕਿ ਮਾਨਸ ਕੀ ਜਾਤ ਸਭ ਇੱਕ ਪਹਿਚਾਨ ਦੋ। ਅਸੀਂ ਇਹ ਬਾਹਰੀ ਧਰਮਾਂ ਦੇ ਸਾਰੇ ਪਾ ਕੇ ਬੈਠੇ ਹਾਂ, ਲੇਕਿਨ ਗੁਰੂ ਸਾਹਿਬ ਨੇ ਸਾਨੂੰ ਇਹ ਗੱਲ ਕਹਿ ਰਹੇ। ਸਾਨੂੰ ਗੁਰੂ ਸਾਹਿਬ ਇਹ ਕਹਿ ਰਹੇ ਨੇ ਕਿ ਮਾਨਸ ਕੀ ਜਾਤ ਇੱਕ ਪਹਿਚਾਨ ਦੋ। ਤੋ ਜਦ ਤੁਸੀਂ ਇਸ ਸਿੱਖ ਦੇ ਦਰਸ਼ਨ ਕਰ ਲਓਗੇ ਤਾਂ ਫਿਰ ਤੁਸੀਂ ਹਰੇਕ ਨੂੰ ਇੱਕੋ ਹੀ ਨਜ਼ਰ ਨਾਲ ਦੇਖਣਾ ਸ਼ੁਰੂ ਕਰ ਦਿਓ। ਸੋ ਦਾਸ ਦੀ ਇਹ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਇਸ ਸਿੱਖ ਦੇ ਦਰਸ਼ਨ ਕਰਨੇ ਬਹੁਤ ਜ਼ਿਆਦਾ ਜ਼ਰੂਰੀ ਨੇ। ਜੇ ਕਿਸੇ ਨੂੰ ਸਮਝ ਨਹੀਂ ਆਉਂਦੀ ਬਾਈ ਚਾਂਸ, तो दास आप जी की सेवा में हाजिर है। फिर दास कहेगा कि दास गुरु नहीं है। दास एक एज ए टीचर, एज ए आचार्य, असी दुनियावी काम करते हैं तो फिर भी सानू एक गुरु की जरूरत पैंदी है। जिस तरह इंसान के पहले गुरु माता पिता ने, माता पिता सब कुछ सिखाते हैं। फिर अगर वो स्कूल च जाता है तो उत्थे उन्हें टीचर सिखाते हैं, अध्यापक सिखाते हैं, लैक्चरार सिखाते हैं। जे अगर कोई दुनियावी काम दे विच इंटर करता है तो उत्थे मैनूं किसी ने ड्राइवरी सीखनी होए तां भी उन्होंने उस्ताद बनाना पैंदा है। दुनिया का कोई भी काम इंसान जब सीखता है तो उन्होंने किसी ना किसी कोलों किसी ना किसी की सहायता की जरूरत है कि उन्होंने वो रस्ता वधिया तरीके नाल दस दे। सो दास एक इस लिहाजे ते गल कर रहा है कि दास कोई गुरु नहीं है, दास सेवादार है। गुरु प्यारी साध संगत के चरणों की धूड़ है तो दास कर देगा। लेकिन ज्यादा सिख के दर्शन कराने हैं तो दर्शन करके इस सिख को याद किदां करना है। तो गुरु नानक साहब पहली बाणी जपजी साहब विच कह रहे ने, पंच परवान पंच प्रधान पंचै पावै दरगाह मान, पंचों का गुर एक ध्यान, पंचो सोया दर जान। दास पूरा नहीं बोल पाया होएगा। मतलब कहने का मतलब जपजी साहब दे विच पहला ही पंजां वाला इशारा किया है। वो इशारे नूं असीं नहीं समझ रहे कि इशारा की है। पहला तो एक ओंकार, एक इशारा है कि आ जाओ, आज रब, ये एक है ते ये रब है। अही इस इशारे नूं नहीं समझ रहे तो इस तो अगे जाके जपजी साहब बाणी दे विच जाने तो फिर अही पढ़न तक की बड़ी बहुत वधिया साडे सिख धर्म विच एक प्रथा है कि अही पाठ करने अही पंज बाणियां दा पाठ करने और इस तो भी अगे जाके कुछ लोग अजय भी दास ने देखे ने कि जो ये दावा करते हैं कि जी मैं तां मूँह जवानी कठन कीतियां होईयां ने बाणियां, वे कर लो कठन। ये सतगुरां ने जो बचन कहे ने, जद तक तुसी इन्हां बचनां दियां करूलियां करदे रहोगे, तुहानूं
ਨਸ਼ਾ ਨਹੀਂ ਹੋ ਸਕਦਾ ਇਹਨਾਂ ਦਾ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇੱਕ ਸਾਖੀ ਹੈ ਭੰਗ ਵਾਲੀ, ਵੀ ਭੰਗ ਘੋਟਣ ਲਗਾਤਾ, ਉਹਨਾਂ ਨੂੰ ਕਹਿੰਦੇ ਕਿ ਟੋਲੀਆਂ ਕਰੋ। ਭਾਈ ਬੇਲੇ ਦੀ ਸਾਖੀ ਹੈ। ਦਾਸ ਕਦੀ ਅੱਗੇ ਚੱਲਦਾ ਹੋਇਆ ਜ਼ਰੂਰ ਸਾਖੀ ਵੀ ਸੁਣਾਏਗਾ, ਪਰ ਸਿੱਧੀ ਗੱਲ ਦਾਸ ਕਹਿੰਦਾ ਕਿ ਭੰਗ ਘੋਟ ਲਓ, ਭੰਗ ਘੋਟ ਕੇ ਤੇ ਉਹਦੀਆਂ ਟੋਲੀਆਂ ਕਰ ਲਓ ਤੇ ਤੁਹਾਨੂੰ ਨਸ਼ਾ ਨਹੀਂ ਹੋਏਗਾ। ਨਸ਼ਾ ਉਦੋਂ ਹੋਏਗਾ ਕਿ ਜਦੋਂ ਭੰਗ ਤੁਹਾਡੇ ਅੰਦਰ ਜਾਏਗੀ। ਇਸੇ ਤਰ੍ਹਾਂ ਸਤਿਗੁਰਾਂ ਦੇ ਬਚਨਾਂ ਦੀਆਂ ਜਿੰਨਾ ਮਰਜ਼ੀ ਪਾਠ ਕਰੀ ਜਾਓ, ਜੇ ਤੁਸੀਂ ਇੱਕ ਓਮਕਾਰ ਨੂੰ ਹੀ ਸਮਝ ਲਓਗੇ ਨਾ, ਇਹਨੂੰ ਸਮਝਣਾ ਹੈ, ਕਰੂਲੀ ਨਹੀਂ ਕਰਨੀ, ਇਹਨੂੰ ਆਪਣੇ ਅੰਦਰ ਵਸਾਣਾ ਹੈ। ਜਦ ਤੁਹਾਡੇ ਅੰਦਰ ਇਹ ਵਸ ਜਾਏਗਾ ਤਾਂ ਫਿਰ ਤੁਹਾਨੂੰ ਪਰਮਾਰਥ ਦਾ ਨਸ਼ਾ ਚੜ ਜਾਏਗਾ। ਇਹ ਸਿੱਖ ਦੇ ਦਰਸ਼ਨ ਕਰੋਗੇ, ਹਰ ਵਕਤ ਕਰੋਗੇ, ਹਰ ਘੜੀ ਪਲ, ਚੇਤਨ ਔਰ ਅਵਚੇਤਨ ਅਵਸਥਾ ਵਿੱਚ ਵੀ ਜਪਾ ਜਾਪ ਚੱਲ ਪਏਗਾ। ਇਸ ਕਰਕੇ ਦਾਸ ਬੇਨਤੀ ਕਰ ਰਿਹਾ ਹੈਗਾ ਕਿ ਸਿੱਖ ਦੇ ਦਰਸ਼ਨ ਕਰਨੇ ਬਹੁਤ ਜ਼ਿਆਦਾ ਜ਼ਰੂਰੀ ਨੇ। ਪਹਿਲਾਂ ਸਿੱਖ ਦੇ ਦਰਸ਼ਨ ਤੋਂ ਫਿਰ ਇਸ ਤੋਂ ਅੱਗੇ ਪੰਜ ਸ਼ਬਦ ਦੀ ਜਿਹੜੀ ਗੱਲ ਦਾਸ ਕਰ ਰਿਹਾ ਹੈਗਾ ਕਿ ਪੰਜ ਸ਼ਬਦ ਨੇ, ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਜ ਸ਼ਬਦ ਨੇ। ਉਹ ਪੰਜ ਸ਼ਬਦ ਜੋ ਹੈ ਗੁਰਬਾਣੀ ਦੇ ਨੇ, ਆਦਿ ਗ੍ਰੰਥ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨੇ ਉਹ ਪੰਜ ਸ਼ਬਦ। ਇਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਅੱਗੇ 976 ਅੰਕ ਤੇ ਕਹਿ ਰਹੇ ਨੇ ਕਿ ਪਾਂਚ ਸ਼ਬਦ ਤੁਨ ਘਾਰ ਤੁਨ ਵਾਜੇ ਸ਼ਬਦ ਨਿਸ਼ਾਨ, ਘਰ में घर दिखाए दे सो सतगुर पुरख सजान। सो सतगुर पुरख सजान। सतगुर ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਆਪਣੀ ਬਾਣੀ ਦੇ ਵਿੱਚ ਘਰ ਦੇ ਵਿੱਚ ਘਰ ਦਿਖਾਤਾ ਹੈ। ਇਸੇ ਕੁਲ ਮਲਕ ਸਾਈਂ ਦਾ ਘਰ ਦਿਖਾਤਾ ਹੈ। ਤੋ ਅਸਲੀ ਗੁਰਦੁਆਰਾ ਇਹ ਹੈ, ਮੰਦਰ ਮਸਜਿਦ ਚਰਚ ਇਹ ਹੈ। ਇਹ ਜੋ ਬਾਹਰੀ ਮੰਦਰ ਮਸਜਿਦ ਚਰਚ ਗੁਰਦੁਆਰੇ ਹਨ, ਇਹ ਸਾਡੇ ਹੱਥਾਂ ਦੇ ਬਣਾਏ ਹੋਣ, ਲੇਕਿਨ ਇਹ ਜੋ ਹੈ ਇਹ ਕੁਲ ਮਲਕ ਸਾਈਂ ਦੇ ਹੱਥ ਦਾ ਬਣਾਇਆ ਹੋਇਆ, ਜਿਸ ਵਿੱਚ ਬੈਠਣ ਲਈ ਉਸਨੇ ਆਪਣੀ ਜਗ੍ਹਾ ਆਪ ਬਣਾਈ ਹੋਈ ਹੈ। ਇਸ ਮੰਦਰ ਨੂੰ ਸਾਫ਼ ਰੱਖਣਾ ਹੈ। ਇਸ ਮੰਦਰ ਦੇ ਵਿੱਚ, ਇਸ ਗੁਰਦੁਆਰੇ ਦੇ ਵਿੱਚ ਗੰਦ ਨਹੀਂ ਪਾਣਾ। ਇਹ ਬਾਹਰੀ ਜੋ ਗੁਰਦੁਆਰੇ, ਮੰਦਰ, ਮਸਜਿਦਾਂ, ਚਰਚਾਂ ਹੈਗੀਆਂ ਨੇ, ਇਹ ਸਾਨੂੰ ਸਾਡੇ ਧਰਮ ਗੁਰੂਆਂ ਦੇ ਯਾਦ ਵਿੱਚ ਇਹ ਸਥਾਨ ਬਣਾਏ ਗਏ ਹਨ। ਇੱਥੇ ਬੈਠ ਕੇ ਅਸੀਂ ਇਸ ਸਿੱਖ ਦੀ ਇਬਾਦਤ ਕਰਨੀ ਹੈ, ਇਸ ਸਿੱਖ ਨੂੰ ਸਮਝਣਾ ਹੈ। ਤੋ ਦਾਸ ਦੀ ਬੇਨਤੀ ਹੈ ਕਿ ਇਹ ਜੀਵ ਤੂੰ ਸਭ ਤੋਂ ਪਹਿਲਾਂ ਇਹ ਗੁਰਦੁਆਰਾ ਸਾਫ਼ ਕਰ। ਇਹਦੇ ਵਿੱਚ ਜਿਸ ਤਰ੍ਹਾਂ ਮੁਸਲਮਾਨ ਫਕੀਰ ਬੁੱਲੇ ਸ਼ਾਹ ਨੇ ਕਿਹਾ ਕਿ ਢਾਹ ਦੇ ਮੰਦਰ, ਢਾਹ ਦੇ ਮਸਜਿਦ, ਢਾਹ ਦੇ ਜੋ ਕੁਝ ਢਹਿੰਦਾ ਹੀ ਉਹ, ਇੱਕ ਬੰਦੇ ਦਾ ਦਿਲ ਨਾ ਢਾਈ ਜਿਸ ਵਿੱਚ ਮੁਰਸ਼ਦ ਰਹਿੰਦਾ ਹੀ। ਤੋ ਇਹ ਗੁਰੂ ਪਿਆਰੀ ਸਾਧ ਸੰਗਤ ਜੀ, ਤੁਹਾਡੇ ਸਾਰਿਆਂ ਦੇ ਵਿੱਚ ਇਹ ਰੱਬ ਵਸ ਰਿਹਾ ਹੈ। ਇਸ ਰੱਬ ਨੂੰ ਤੁਸੀਂ ਦੇਖਣਾ ਹੈ। ਜਦ ਦੇਖਣ ਦੀ ਕੋਸ਼ਿਸ਼ ਦੇ ਵਿੱਚ ਲੱਗ ਜਾਓਗੇ ਤੇ ਜ਼ਰੂਰ ਦੇਖੋਗੇ। ਕੋਸ਼ਿਸ਼ ਕੀਤਾ ਕਿਹੜਾ ਕੰਮ ਨਹੀਂ ਹੋ ਸਕਦਾ ਹੈਗਾ। ਸੋ ਆਪ ਜੀ, ਜਿਸ ਤਰ੍ਹਾਂ ਸਿੱਖ ਧਰਮ ਦੇ ਵਿੱਚ ਅਕਸਰ ਗੱਲ ਦਸਵੰਧ ਦੀ ਕੀਤੀ ਜਾਂਦੀ ਹੈ ਕਿ ਆਪਣਾ 10ਵਾਂ ਹਿੱਸਾ ਕੱਢੋ ਤੇ ਕਿਸੇ ਗਊ ਗਰੀਬ ਦੀ ਰੱਖਿਆ ਕਰੋ ਔਰ ਧਰਮ ਸਥਾਨਾਂ ਤੇ ਚੜਾਵੋ। ਤੋ ਦਾਸ ਦਾ ਇੱਕ ਅਜਿਹਾ ਦੇਖਣਾ ਹੈ ਕਿ ਜੇ ਜੋ ਕੁਝ ਵੀ ਤੁਸੀਂ ਚੜਾ ਰਹੇ ਹੋ, ਕਰ ਰਹੇ ਹੈਗੇ ਹੋ, ਇਹ ਪਤਾ ਨਹੀਂ ਕਿੱਧਰ ਨੂੰ ਜਾ ਰਿਹਾ ਹੈ। ਤੁਸੀਂ ਦਸਵੰਧ ਆਪਣੇ ਟਾਈਮ ਦਾ ਕੱਢੋ। ਟਾਈਮ 24 ਘੰਟਿਆਂ ਚ 2.5 ਘੰਟੇ। ਇਸ ਤੋਂ ਵੀ ਅੱਗੇ ਦਾਸ ਦਾ ਤਾਂ ਇਹ ਕਹਿਣਾ ਹੈ ਕਿ ਦਸਵੰਧ ਕਾ ਦਸਵੰਧ, दसवंध का दसवंध है प्रबंध इस जीवन और उस जीवन के लिए, अगले जीवन के लिए। मतलब 10 घंटिया चों 2.5 घंटे दसवंध हो गया। दसवंध का दसवंध 2.5 घंटिया चों 16 मिनट 16-17 मिनट उसका अगला हिस्सा बन गया। वो भाई 15 ਤੋਂ ਲੈ ਕੇ 20 ਮਿੰਟ ਅਗਰ ਤੁਸੀਂ ਇਸ ਇੱਕ ਮਾਲਕ ਕੁਲ ਮਾਲਕ ਸਾਈਂ ਦੇ ਵਧੀਆ ਤਰੀਕੇ ਨਾਲ ਦਰਸ਼ਨ ਪਹਿਲਾਂ ਕਰ ਲਓ, ਫਿਰ ਇਹਨੂੰ ਫਿਰ ਰੋਜ਼ ਕਰ ਲਓ, ਫਿਰ ਇਹਦੇ ਅੱਗੇ ਆਪਣੀ ਬੇਨਤੀ ਫਰਿਆਦ ਕਰ ਲਓ ਤੇ ਤੁਸੀਂ ਜੀਵ ਇੱਥੋਂ ਲਈ ਵੀ ਇਸ ਸੰਸਾਰੀ ਵੀ ਵਧੀਆ ਹੋ ਜਾਓਗੇ।
ਜਿਸ ਤਰ੍ਹਾਂ ਸਾਨੂੰ ਕੁਝ ਪਤਾ ਨਹੀਂ ਹੈ ਕਿ ਅਸੀਂ ਆਏ ਕਿਧਰੋਂ ਆ, ਹੈ ਕਿੱਥੇ ਆ ਤੇ ਜਾਣਾ ਕਿੱਧਰ ਨੂੰ। ਇਸ ਵੇਲੇ ਹੈ ਕਿੱਥੇ ਆ, ਇੱਥੇ ਜਿੱਥੇ ਵੀ ਅਸੀਂ ਹੈਗੇ ਆ ਇਸ ਵਕਤ ਇਸ ਆਤਮਾ ਦਾ ਭਲਾ ਕਰਨਾ ਹੈ। ਸਾਨੂੰ ਇਹ ਵੀ ਨਹੀਂ ਗਿਆਨ ਹੈਗਾ। ਇਹ ਹੈ ਕਹਿਣ ਦਾ ਮਤਲਬ ਕਿ ਸਾਨੂੰ ਇਹ ਨਹੀਂ ਪਤਾ ਕਿ ਇਹ ਹੈ ਕਿੱਥੇ ਆ ਤੇ ਅੱਗੇ ਕਿੱਧਰ ਨੂੰ ਜਾਣਾ ਹੈ। ਸੋ ਦਾਸ ਇਹ ਬੇਨਤੀ ਕਰ ਰਿਹਾ ਹੈਗਾ ਕਿ ਆਪਣੀ ਇਸ ਰੂਹ ਦਾ, ਜਿਹੜੀ ਆਤਮਾ ਦਾ ਭਲਾ ਕਰਨ ਲਈ ਸਭ ਤੋਂ ਪਹਿਲਾਂ ਇਹ ਰੂਹ ਜਦ ਰੱਬ ਦੇ ਦਰਸ਼ਨ ਕਰ ਲੇਗੀ, ਇਹ ਆਤਮਾ ਜਦ ਪਰਮਾਤਮਾ ਦੇ ਦਰਸ਼ਨ ਕਰ ਲੇਗੀ ਤਾਂ ਫਿਰ ਇਹਦੀ ਇਬਾਦਤ ਵਿੱਚ ਜੁੜ ਜਾਏਗੀ, ਤਾਂ ਫਿਰ ਅਸਲ ਕੰਮ ਬਣ ਜਾਏਗਾ। ਤਾਂ ਦਾਸ ਇਹ ਗੱਲ ਕਰ ਰਿਹਾ ਹੈਗਾ ਕਿ ਜਿਹੜੇ ਸ਼ਬਦ ਨੇ ਉਹ 5 ਸ਼ਬਦ ਨੇ ਐਕਚੁਅਲ, ਔਰ ਜਿਨ੍ਹਾਂ ਦੇ ਵਿੱਚ ਸਭ ਤੋਂ ਪ੍ਰਧਾਨ ਕਾਰਕ ਸ਼ਬਦ ਜਿਹੜਾ ਹੈ ਉਹ ਓਮਕਾਰ ਹੈ। ਕੋਈ ਇਹ ਕਹੇਗਾ ਕਿ ਸ਼ਾਇਦ ਇਹ ਰਾਧਾ ਸਵਾਮੀ ਮੱਤ ਦੀ ਗੱਲ ਕਰ ਰਿਹਾ ਹੈ ਕਿਉਂਕਿ ਉਹ 5 ਸ਼ਬਦ ਦਾ ਨਾਮ ਦਿੰਦੇ। ਬਈ ਰਾਧਾ ਸਵਾਮੀਆਂ ਨੇ ਵੀ ਇਹ 5 ਸ਼ਬਦ ਕਿੱਥੋਂ ਲਏ? ਇਸੇ ਹੀ ਯਾਦ ਗ੍ਰੰਥ ਸਾਹਿਬ ਦੇ ਵਿੱਚ ਲਏ। ਉਹ ਤਾਂ ਵੱਖਰੀ ਗੱਲ ਹੈ, ਇਹ ਮੱਤ ਬਣ ਗਿਆ। ਅੱਗੇ ਮਿਸ਼ਨ ਆ ਗਿਆ, ਨਿਰੰਕਾਰੀ ਮਿਸ਼ਨ ਬਣ ਗਿਆ। ਹੁਣ ਨਿਰੰਕਾਰ ਦੀ ਮਹਿਮਾ ਆਦਿ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਪਰੰਪਾਰ ਹੈ। ਬਈ ਨਿਰੰਕਾਰੀ ਮਿਸ਼ਨ ਨੇ ਇਹ ਸ਼ਬਦ ਕਿੱਥੋਂ ਲਿਆ? ਇਸੇ ਹੀ ਆਦਿ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ। ਜੋ ਨਿਰੰਕਾਰੀ ਮਿਸ਼ਨ ਵਿੱਚ ਇਸ ਇੱਕ ਕਰਤਾ ਕਰਤਾਰ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਦੇ ਦਰਸ਼ਨ ਕਰਾਏ ਜਾਂਦੇ ਹਨ। ਇਹ ਗੁਰਮੁਖੋ ਪਿਆਰਿਓ, ਗੁਰਸਿੱਖੋ, ਤੁਹਾਡੇ ਨਾਲੋਂ ਤਾਂ ਹੋਰ ਚੰਗੇ ਹੋ ਗਏ ਜਿਨ੍ਹਾਂ ਨੇ 10ਵੇਂ ਪਿਤਾ ਦੀ ਬਾਣੀ ਪੜ੍ਹ ਕੇ ਇਸ ਸਿੱਖ ਦੇ ਦਰਸ਼ਨ ਕਰਕੇ ਤੇ ਦਰਸ਼ਨ ਕਰਾਣੇ ਸ਼ੁਰੂ ਕਰ ਦਿੱਤੇ, ਤੇ ਤੂੰ ਆਪ ਜੀ ਉੱਥੇ ਦੇ ਉੱਥੇ ਹੀ ਖੜੇ ਹੋ। ਸੋ ਦਾਸ ਇਹ ਕਹਿਣਾ ਚਾਹੁੰਦਾ ਹੈ ਕਿ ਆਪ ਜੀ ਪਹਿਲਾਂ ਸਿੱਖ ਦੇ ਦਰਸ਼ਨ ਕਰ ਲਓ। ਇਹ ਫਿਰ ਦੁਬਾਰਾ ਦਾਸ ਕਹਿ ਦੇਗਾ ਕਿ ਇੱਥੇ ਕੋਈ ਦੇਹਧਾਰੀ ਗੁਰੂ ਦੀ ਗੱਲ ਨਹੀਂ ਹੈ, ਇੱਥੇ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਅਗਰ ਨਮਸਤਕ ਹੋਣਾ ਹੈ, ਅਗਰ ਇਹ ਮੱਥਾ, ਇਹ ਸਿਰ ਝੁਕਾਣਾ ਹੈ ਤੇ ਆਦਿ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਝੁਕਾਣਾ ਹੈ। ਲੇਕਿਨ ਜੁਗਤੀ ਕੋਈ ਟੀਚਰ ਦੱਸ ਸਕਦਾ ਹੈ। तो दास एक बीइंग ए टीचर, बीइंग ए वाइज मैन, ज्ञानी पुरुष आप जी ਨੂੰ ਕੁਝ ਦੱਸ ਸਕਦਾ ਹੈਗਾ ਕਿ ਭਾਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆ ਲੋ ਫੜੋ ਆ ਕਿਹਾ ਜੀ, ਅੱਗੇ ਤੁਸੀਂ ਆਪਣਾ ਕੰਮ ਆਪ ਕਰ ਲਓ। ਸੋ ਇਸ ਭੁਲੇਖੇ ਦੇ ਵਿੱਚੋਂ ਨਿਕਲ ਲਈ ਕਿ ਸਿੱਖ ਦੇ ਦਰਸ਼ਨ ਕਰਨੇ, ਇਸ ਸਿੱਖ ਦੇ ਦਰਸ਼ਨਾਂ ਦਾ ਪਤਾ ਹੀ ਨਹੀਂ ਚੱਲ ਰਿਹਾ। ਫਿਰ ਅੱਗੇ 5 ਸ਼ਬਦ ਜਿਹਦੀ ਸਿਫਤ ਕੀਤੀ ਜਾ ਰਹੀ ਹੈ, 5 ਸ਼ਬਦ ਤੁਨਕਾਰ ਤੋਂ ਨਵਾਜੇ ਸ਼ਬਦ ਇਨਸਾਨ ਘਰ ਮੇਂ ਘਰ ਦਿਖਾਏ ਦੇ, ਸੋ ਸਤਿਗੁਰ ਪੁਰਖ ਸੁਜਾਨ। ਭਾਈ ਗੁਰਦਾਸ ਜੀ ਨੇ 5 ਸ਼ਬਦ ਦੀ ਮਹਿਮਾ ਬਹੁਤ ਦੱਸੀ ਹੈ, ਕਬੀਰ ਸਾਹਿਬ ਨੇ 5 ਸ਼ਬਦ ਦੀ ਗੱਲ ਕੀਤੀ ਹੈ। ਸੋ ਦਾਸ ਜੋ ਇਹ ਬੇਨਤੀ ਕਰ ਰਿਹਾ ਹੈ, ਇਹ ਕੋਈ ਇੱਕ ਤਰਫਾ ਕੋਈ ਉਹ ਗੱਲ ਨਹੀਂ ਹੈ। ਦਾਸ ਨੇ ਤਾਂ ਪਹਿਲਾਂ ਕਿਹਾ ਤੇ ਨਾ ਇਹ ਰਾਧਾ ਸਵਾਮੀ, ਨਾ ਇਹ ਨਿਰੰਕਾਰੀ, ਨਾ ਇਹ ਹਿੰਦੂ ਮੁਸਲਮ ਸਿੱਖ ਈਸਾਈ, ਕੁਝ ਵੀ ਨਹੀਂ ਹੈ। ਇਹ ਤੇ ਸਾਰੇ ਧਰਮਾਂ ਦੀ ਗੱਲ ਕਰਦਾ, ਸਰਬ ਧਰਮਾਂ ਸੇਵਾ ਸਮਾਜ, ਸਾਰੇ ਧਰਮਾਂ ਦੀ ਗੱਲ ਕਰਦਾ। ਕੋਈ ਵੱਖਰਾ ਨਾ ਕੋਈ ਕਲਟ ਹੈ, ਨਾ ਕੋਈ ਸੰਪਰਦਾਇ ਹੈ, ਨਾ ਕੋਈ ਕੁਛ ਹੈ। ਔਰ ਆਪਣੇ ਹੀ ਘਰ, ਆਪਣੇ ਹੀ ਕਮਰੇ 'ਚ ਬੈਠ ਕੇ ਦਾਸ ਇਸ ਇੱਕ ਦੀ ਉਸਤਤ ਵਿੱਚ ਜੁਟਿਆ ਹੋਇਆ ਹੈ। ਕਿਸੇ ਤਰ੍ਹਾਂ ਦਾ ਵੀ ਕੋਈ ਲਾਲਚ, ਸਵਾਰਥ, ਕੋਈ ਭੇਟਾ, ਕੋਈ ਮੱਥੇ ਟਿਕਾਣੇ, ਕੋਈ ਗੁਰੂ ਅਖਵਾਣਾ, ਇਹ ਸਾਰੀਆਂ ਚੀਜ਼ਾਂ ਦਾਸ ਦੇ ਸਿਸਟਮ ਵਿੱਚ ਨਹੀਂ ਹਨ। ਦਾਸ ਤੋਂ ਇਸ ਤਰ੍ਹਾਂ ਗੱਲ ਕਰਦਾ, ਬਿਲਕੁਲ ਕਲੀਅਰ ਗੱਲ ਕਰਦਾ ਹੈ ਕਿ ਕੋਈ ਦਾਸ ਇਹ ਨਹੀਂ ਹੈ ਕਿ ਆਪ ਮਖਮਲੀ ਗੱਦਿਆਂ ਦੇ ਉੱਤੇ ਬੈਠ ਕੇ ਜਾਂ ਉੱਚੀਆਂ ਸਟੇਜਾਂ ਦੇ ਉੱਤੇ ਬੈਠ ਕੇ ਤੇ ਬੜੇ ਆਰਾਮ ਨਾਲ ਕੋਈ ਗੱਲ ਰੱਬ ਦੀ ਕਰ ਰਿਹਾ ਹੋਏ ਤੇ ਸਾਹਮਣੇ ਜਿਹੜੀਆਂ ਬੈਠੀਆਂ ਸੰਗਤਾਂ ਨੇ ਉਹ ਥੱਲੇ ਠੰਡੀ ਜਗ੍ਹਾ ਦੇ ਉੱਤੇ ਠੱਗ ਰਹੀਆਂ ਹੋਣ, ਜੋ ਬੈਠ ਵੀ ਨਾ ਪਾ ਰਹੀਆਂ ਹੋਣ, ਤੇ ਉਹ ਆਪਣੇ ਪ੍ਰਵਚਨ ਕਰਕੇ ਇੱਧਰ ਗੋਲਕ ਦੇ ਵਿੱਚ ਜਾਂ ਮੱਥੇ ਟਿਕਾ ਕੇ ਪੈਸੇ ਲੈ ਕੇ ਤੇ ਕਿਸ ਸਿਸਟਮ ਨੂੰ ਚਲਾ ਰਿਹਾ। ਦੱਸਦਾ ਜਿਹਾ ਕੁਝ ਵੀ ਨਹੀਂ ਹੈ। ਦਾਸ ਬਹੁਤ ਖੁਸ਼ ਹੁੰਦਾ ਹੈ, ਬਹੁਤ ਖੁਸ਼ ਹੁੰਦਾ ਹੈ। ਇਸ ਗੱਲ ਤੇ ਖੁਸ਼ ਹੁੰਦਾ ਹੈ ਕਿ ਅੱਜ ਦੇ ਅਜੋਕੇ ਯੁੱਗ ਵਿੱਚ, ਅੱਜ ਦੇ ਯੁੱਗ ਵਿੱਚ ਦੇਖੋ ਕਿੰਨਾ ਵਧੀਆ ਇੱਕ ਸਿਸਟਮ ਆ ਗਿਆ, ਇਹ ਡਿਜੀਟਲ ਸਿਸਟਮ, ਜਿਹਦੇ ਵਿੱਚ WhatsApp, Facebook, Instagram, ਕਈ ਜ਼ਰੀਏ ਨਿਕਲ ਗਏ ਨੇ ਕਿ ਜਿਨ੍ਹਾਂ ਰਾਹੀਂ ਅਸੀਂ ਬਾਬੇ ਨਾਨਕ ਨੂੰ ਇਸ ਕੰਮ ਦੇ ਲਈ ਚਾਰੇ ਕੂਟਾਂ ਘੁੰਮਣੀਆਂ ਪਈਆਂ ਪੈਦਲ। Subscribe now